ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਯਰਮੀਆ। ਪਰ ਖੁਦਾਵੰਦ ਸੱਚਾ ਰੱਬ ਏ, ਉਹ ਜਿਉਂਦਾ ਰੱਬ ਤੇ ਅਬਦੀ ਬਾਦਸ਼ਾਹ ਏ। ਉਹਨੇ ਹੀ ਆਪਣੀ ਕੁਦਰਤ ਨਾਲ ਧਰਤੀ ਨੂੰ ਬਣਾਇਆ, ਉਹਨੇ ਹੀ ਆਪਣੀ ਹਿਕਮਤ ਨਾਲ ਜਿੰਦ ਨੂੰ ਕਾਇਮ ਕੀਤਾ ਤੇ ਸਿਆਣ ਨਾਲ ਅਸਮਾਨ ਨੂੰ ਤਾਨਿਆ। ਜਵਾਬੀ ਪੜ੍ਹਾਈ। ਅਯੂਬ: ਵੇਖ, ਰੱਬ ਆਪਣੀ ਕੁਦਰਤ ਨਾਲ ਵੱਡੇ ਵੱਡੇ ਕੰਮ ਕਰਦਾ ਏ। ਕਿਹੜਾ ਉਸਤਾਦ ਉਹਦੇ ਵਰਗਾ ਏ? ਉਹਦੇ ਕੰਮ ਦੀ ਵਡਿਆਈ ਕਰਨਾ ਯਾਦ ਰੱਖੀ, ਜਿਹਦੀ ਤਾਰੀਫ ਲੋਕੀ ਗਾਉਂਦੇ ਰਹੇ ਨੇ। ਸਾਰਿਆਂ ਲੋਕਾਂ ਨੇ ਇਹਨੂੰ ਵੇਖਿਆ ਏ। ਇਨਸਾਨ ਉਹਨੂੰ ਦੂਰੋਂ ਵੇਖਦਾ ਏ। ਰੱਬ ਅਜੀਬ ਤਰ੍ਹਾਂ ਆਪਣੀ ਆਵਾਜ਼ ਨਾਲ ਗਰਜਦਾ ਏ। ਉਹ ਵੱਡੇ ਵੱਡੇ ਕੰਮ ਕਰਦਾ ਏ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ। ਬੰਦੇ ਵਾਂਗਰ ਹੁਣ ਆਪਣੀ ਕਮਰ ਬੰਨ੍ਹ ਲੈ, ਕਿਉਂ ਜੇ ਮੈਂ ਤੇਥੋਂ ਸਵਾਲ ਕਰਦਾ ਵਾਂ ਤੇ ਤੂੰ ਮੈਨੂੰ ਦੱਸ। ਤੂੰ ਕਿੱਥੇ ਸੀ ਜਦ ਮੈਂ ਨਿਉ ਰੱਖੀ? ਤੂੰ ਸਿਆਣਾ ਏ ਤੇ ਦੱਸ। ਕੀ ਤੈਨੂੰ ਪਤਾ ਏ ਭਈ ਕਿੰਨੇ ਉਹਦੀ ਨਾਪ ਠਹਿਰਾਈ, ਜਾਂ ਕਿੰਨੇ ਉਹਦੇ ਉੱਤੇ ਸੂਤ ਖਿੱਚਿਆ? ਜਦ ਸੁਬਹ ਦੇ ਸਿਤਾਰੇ ਮਿਲ ਕੇ ਗਾਉਂਦੇ ਸੀ ਤੇ ਰੱਬ ਦੇ ਪੁੱਤਰ ਖੁਸ਼ੀ ਨਾਲ ਲਲਕਾਰਦੇ ਸੀ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਅਸਮਾਨ ਖੁਦਾਵੰਦ ਦੇ ਕਲਾਮ ਨਾਲ ਤੇ ਉਹਦਾ ਸਾਰਾ ਲਸ਼ਕਰ ਉਹਦੇ ਮੂੰਹ ਦੇ ਦਮ ਨਾਲ ਬਣਿਆ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਵਾਕਿਆ ਹੋਇਆ। ਯਸ਼ਵਾ। ਤੇ ਖੁਦਾਵੰਦ ਦੇ ਬੰਦੇ ਮੂਸਾ ਦੇ ਮਰਨ ਤੋਂ ਬਾਅਦ ਇੰਜ ਹੋਇਆ ਭਈ ਖੁਦਾਵੰਦ ਨੇ ਉਹਦੇ ਖਾਦਮ ਨੂਨ ਦੇ ਪੁੱਤਰ ਯਸ਼ਵਾ ਨੂੰ ਆਖਿਆ, ਮੇਰਾ ਬੰਦਾ ਮੂਸਾ ਮਰ ਗਿਆ ਏ, ਇਸ ਲਈ ਹੁਣ ਤੂੰ ਉੱਠ ਤੇ ਇਹਨਾਂ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਯਰਦਨ ਦੇ ਪਾਰ ਉਸ ਮੁਲਕ ਵਿੱਚ ਜਾ ਜਿਹੜਾ ਮੈਂ ਉਹਨਾਂ ਨੂੰ ਯਾਨੀ ਬਨੀ ਇਸਰਾਈਲ ਨੂੰ ਦੇਣਾ ਵਾਂ। ਜਿਹੜੀ ਜਿਹੜੀ ਥਾਂ ਤੁਹਾਡੇ ਪੈਰ ਦੀ ਤਲੀ ਹੇਠਾਂ ਆਵੇ, ਉਹਨੂੰ ਜਿਵੇਂ ਮੈਂ ਮੂਸਾ ਨੂੰ ਆਖਿਆ ਏ ਮੈਂ ਤੁਹਾਨੂੰ ਦਿੱਤਾ। ਤੇਰੀ ਸਾਰੀ ਉਮਰ ਕੋਈ ਬੰਦਾ ਤੇਰੇ ਸਾਹਮਣੇ ਖੜਾ ਨਾ ਰਹਿ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਸੀ ਉਂਝ ਹੀ ਤੇਰੇ ਨਾਲ ਰਵਾਂਗਾ। ਮੈਂ ਨਾ ਤੇਥੋਂ ਦਸਤਬਰਦਾਰ ਹੋਵਾਂਗਾ ਨਾ ਤੈਨੂੰ ਛੱਡਾਂਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਇਸ ਲਈ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਡਰ ਨਾ ਤੇ ਬੇਦਿਲ ਨਾ ਹੋ, ਕਿਉਂ ਜੇ ਖੁਦਾਵੰਦ ਤੇਰਾ ਰੱਬ ਜਿੱਥੇ ਜਿੱਥੇ ਤੂੰ ਜਾਵੇਂਗਾ ਤੇਰੇ ਨਾਲ ਰਵੇਗਾ। ਯਸ਼ਵਾ। ਤੇ ਯਰੂਸ਼ਲਮ ਦੇ ਬਾਦਸ਼ਾਹ ਅਦੂਨੀ ਸਿਦਕ ਨੇ ਸੁਣਿਆ ਭਈ ਯਸ਼ਵਾ ਨੇ ਈ ਨੂੰ ਫਤਹ ਕਰਕੇ ਨੇਸਤ ਤੇ ਬਰਬਾਦ ਕਰ ਦਿੱਤਾ, ਤੇ ਜਿਵੇਂ ਉਹਨੇ ਯਰੂ ਤੇ ਉੱਥੇ ਦੇ ਬਾਦਸ਼ਾਹ ਨਾਲ ਕੀਤਾ, ਉਸੇ ਤਰ੍ਹਾਂ ਹੀ ਈ ਤੇ ਉਹਦੇ ਬਾਦਸ਼ਾਹ ਨਾਲ ਵੀ ਕੀਤਾ। ਤੇ ਜਬੂਨ ਦੇ ਬਸ਼ਿੰਦਿਆਂ ਨੇ ਬਨੀ ਇਸਰਾਈਲ ਨਾਲ ਸੁਲਾਹ ਕਰ ਲਈ ਤੇ ਉਹ ਉਹਨਾਂ ਦੇ ਵਿਚਕਾਰ ਰਹਿਣ ਲੱਗ ਪਏ। ਇਸ ਲਈ ਯਰੂਸ਼ਲਮ ਦੇ ਬਾਦਸ਼ਾਹ ਅਦੂਨੀ ਸਿਦਕ ਨੇ ਹਬਰੂਨ ਦੇ ਬਾਦਸ਼ਾਹ ਹੂਹਾਮ ਤੇ ਯਰਮੋਤ ਦੇ ਬਾਦਸ਼ਾਹ ਪੈਰਾਮ ਤੇ ਲਕੀਸ ਦੇ ਬਾਦਸ਼ਾਹ ਯਾਫੇ ਤੇ ਅਜਲੂਨ ਦੇ ਬਾਦਸ਼ਾਹ ਦਬੀਰ ਨੂੰ ਇਹ ਆਖਣ ਨੂੰ ਘੱਲਿਆ ਭਈ ਮੇਰੇ ਕੋਲ ਆਓ ਤੇ ਮੇਰੀ ਕੁਮਕ ਕਰੋ ਤੇ ਚਲੋ ਅਸੀਂ ਜਬੂਨ ਨੂੰ ਮਾਰੀਏ, ਕਿਉਂ ਜੇ ਉਹਨੇ ਯਸ਼ਵਾ ਤੇ ਬਨੀ ਇਸਰਾਈਲ ਨਾਲ ਸੁਲਾਹ ਕਰ ਲਈਏ। ਇਸ ਲਈ ਅਮੂਰੀਆਂ ਦੇ 5 ਬਾਦਸ਼ਾਹ ਇਕੱਠੇ ਹੋਏ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਫੌਜਾਂ ਨਾਲ ਚੜ੍ਹਾਈ ਕੀਤੀ ਤੇ ਜਬੂਨ ਦੇ ਮੁਕਾਬਲੇ ਡੇਰੇ ਲਾ ਕੇ ਉਹਦੇ ਨਾਲ ਜੰਗ ਸ਼ੁਰੂ ਕੀਤੀ। ਤਦ ਜਬੂਨ ਦੇ ਲੋਕਾਂ ਨੇ ਯਸ਼ਵਾ ਨੂੰ, ਜਿਹੜਾ ਜਲਜਾਲ ਵਿੱਚ ਖੈਮਾਜ਼ਨ ਸੀ, ਆਖਣ ਨੂੰ ਘੱਲਿਆ ਭਈ ਆਪਣੇ ਖਾਦਮਾਂ ਵੱਲੋਂ ਆਪਣਾ ਹੱਥ ਨਾ ਖਿੱਚ। ਤੇ ਖੁਦਾਵੰਦ ਨੇ ਯਸ਼ਵਾ ਨੂੰ ਆਖਿਆ ਭਈ ਇਹਨਾਂ ਤੋਂ ਨਾ ਡਰ, ਇਸ ਲਈ ਭਈ ਮੈਂ ਇਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਏ। ਇਹਨਾਂ ਵਿੱਚੋਂ ਇੱਕ ਬੰਦਾ ਵੀ ਤੇਰੇ ਨਾਲ ਖਲੋਤਾ ਨਾ ਰਹਿ ਸਕੇਗਾ। ਇਸ ਲਈ ਯਸ਼ਵਾ ਰਾਤੋਂ ਰਾਤ ਜਲਜਾਲ ਤੋਂ ਟੁਰ ਕੇ ਅਚਾਨਕ ਉਹਨਾਂ ਉੱਤੇ ਆ ਪਿਆ ਤੇ ਖੁਦਾਵੰਦ ਨੇ ਉਹਨਾਂ ਨੂੰ ਬਨੀ ਇਸਰਾਈਲ ਦੇ ਸਾਹਮਣੇ ਸ਼ਿਕਸਤ ਦਿੱਤੀ। ਤੇ ਉਸ ਦਿਨ ਜਦ ਖੁਦਾਵੰਦ ਨੇ ਅਮੂਰੀਆਂ ਨੂੰ ਬਨੀ ਇਸਰਾਈਲ ਦੇ ਕਾਬੂ ਵਿੱਚ ਕਰ ਦਿੱਤਾ, ਤੇ ਯਸ਼ਵਾ ਨੇ ਖੁਦਾਵੰਦ ਦੇ ਅੱਗੇ ਬਨੀ ਇਸਰਾਈਲ ਦੇ ਸਾਹਮਣੇ ਇਹ ਆਖਿਆ ਭਈ ਐ ਸੂਰਜ ਤੂੰ ਜਬੂਨ ਉੱਤੇ ਤੇ ਐ ਚੰਨ ਤੂੰ ਵਾਦੀ ਯਾਲੂਨ ਵਿੱਚ ਠਹਿਰਿਆ ਰਹਿ। ਤੇ ਸੂਰਜ ਠਹਿਰ ਗਿਆ ਤੇ ਚੰਨ ਥੰਮਿਆ ਰਿਹਾ, ਜਦ ਤਿਕਰ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ।
ਤੇ ਅਜਿਹਾ ਦਿਨ ਨਾ ਕਦੀ ਇਸ ਤੋਂ ਪਹਿਲੇ ਹੋਇਆ ਤੇ ਨਾ ਕਦੀ ਇਹਦੇ ਬਾਅਦ। ਅਯੂਬ, ਚੁੱਪ ਕਰਕੇ ਖੜਾ ਰਹਿ ਤੇ ਖੁਦਾਵੰਦ ਦੇ ਹੈਰਾਨ ਕਰਨ ਵਾਲੇ ਕੰਮਾਂ ਵੱਲ ਧਿਆਨ ਕਰ। ਅਸੀਂ ਕਾਦਰ ਮੁਤਲਕ ਨੂੰ ਪਾ ਨਹੀਂ ਸਕਦੇ। ਉਹ ਕੁਦਰਤ ਤੇ ਅਦਲ ਵਿੱਚ ਸ਼ਾਨਦਾਰ ਏ ਤੇ ਇਨਸਾਫ ਦੇਣ ਵਿੱਚ ਜ਼ੁਲਮ ਨਾ ਕਰੇਗਾ। ਲੂਕਾ, ਯਹੂਦੀਆ ਦੇ ਬਾਦਸ਼ਾਹ ਹੈਰੋਦੀਸ ਦੇ ਜ਼ਮਾਨੇ ਵਿੱਚ ਅਬੀਆ ਦੇ ਫਰੀਕ ਵਿੱਚੋਂ ਜ਼ਿਕਰੀਆ ਨਾਂ ਦਾ ਇੱਕ ਕਾਹਨ ਸੀ ਤੇ ਉਹਦੀ ਬੁੱਢੀ ਹਾਰੂਨ ਦੀ ਔਲਾਦ ਵਿੱਚੋਂ ਸੀ ਤੇ ਉਹਦਾ ਨਾਂ ਅਲਿਸ਼ਬਾ ਸੀ ਤੇ ਉਹ ਦੋਵੇਂ ਰੱਬ ਦੇ ਸਾਹਮਣੇ ਰਾਸਤਬਾਜ਼ ਤੇ ਖੁਦਾਵੰਦ ਦੇ ਸਾਰੇ ਹੁਕਮਾਂ ਤੇ ਕਾਨੂੰਨਾਂ ਉੱਤੇ ਬੇਐਬ ਚੱਲਣ ਵਾਲੇ ਸੀ ਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ, ਕਿਉਂ ਜੇ ਅਲਿਸ਼ਬਾ ਬਾਂਝ ਸੀ ਤੇ ਦੋਵੇਂ ਵਡੇਰੀ ਉਮਰ ਦੇ ਸੀ। ਜਦ ਰੱਬ ਦੇ ਸਾਹਮਣੇ ਉਹ ਆਪਣੇ ਫਰੀਕ ਦੀ ਵਾਰੀ ਉੱਤੇ ਕਹਾਣਤ ਦਾ ਕੰਮ ਪੂਰਾ ਕਰ ਰਿਹਾ ਸੀ ਤੇ ਇੰਜ ਹੋਇਆ ਵੀ ਕਹਾਣਤ ਦੇ ਦਸਤੂਰ ਦੇ ਮੁਤਾਬਕ ਉਹਦੇ ਨਾਂ ਦੀ ਪਰਚੀ ਨਿਕਲੀ ਵੀ ਖੁਦਾਵੰਦ ਦੇ ਮਕਦਸ ਵਿੱਚ ਜਾ ਕੇ ਖੁਸ਼ਬੂ ਨੂੰ ਸਾੜੇ ਤੇ ਖੁਦਾਵੰਦ ਦਾ ਫਰਿਸ਼ਤਾ ਖੁਸ਼ਬੂ ਦੇ ਮੰਬਾ ਦੇ ਸੱਜੇ ਪਾਸੇ ਵੱਲ ਖਲੋਤਾ ਹੋਇਆ ਉਹਨੂੰ ਵਿਖਾਲੀ ਦਿੱਤਾ ਤੇ ਜ਼ਕਰੀਆ ਇਹ ਵੇਖ ਕੇ ਘਬਰਾ ਗਿਆ ਤੇ ਉਹਦੇ ਉੱਤੇ ਦਹਿਸ਼ਤ ਛਾ ਗਈ। ਪਰ ਫਰਿਸ਼ਤੇ ਨੇ ਉਹਨੂੰ ਆਖਿਆ, ਐ ਜ਼ਕਰੀਆ, ਨਾ ਡਰ, ਕਿਉਂ ਜੇ ਤੇਰੀ ਦੁਆ ਸੁਣ ਲਈ ਗਈ ਏ ਤੇ ਤੇਰੇ ਲਈ ਤੇਰੀ ਬੁੱਢੀ ਅਲਿਸ਼ਬਾ ਦੇ ਪੁੱਤਰ ਹੋਵੇਗਾ। ਤੂੰ ਉਹਦਾ ਨਾਂ ਯੂਹੰਨਾ ਰੱਖੀ ਤੇ ਤੈਨੂੰ ਖੁਸ਼ੀ ਤੇ ਖੁਰਮੀ ਹੋਵੇਗੀ ਤੇ ਬਥੇਰੇ ਲੋਕੀ ਉਹਦੇ ਪੈਦਾ ਹੋਣ ਦੀ ਵਜ੍ਹਾ ਤੋਂ ਖੁਸ਼ ਹੋਏ, ਕਿਉਂ ਜੇ ਉਹ ਖੁਦਾਵੰਦ ਦੇ ਹਜ਼ੂਰ ਵਿੱਚ ਬਜ਼ੁਰਗ ਹੋਵੇਗਾ ਤੇ ਹਰਗਿਜ਼ ਨਾ ਮੈਂ ਨਾ ਕੋਈ ਹੋਰ ਸ਼ਰਾਬ ਪੀਵੇਗਾ ਤੇ ਆਪਣੀ ਮਾਂ ਦੇ ਢਿੱਡ ਵਿੱਚੋਂ ਹੀ ਪਾਕ ਰੂਹ ਨਾਲ ਭਰ ਜਾਵੇਗਾ। ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਮੈਂ ਜਿਬਰਾਈਲ ਹਾਂ, ਜਿਹੜਾ ਰੱਬ ਦੇ ਸਾਹਮਣੇ ਖਲੋਤਾ ਰਹਿਣਾ ਵਾਂ ਤੇ ਇਸ ਲਈ ਘੱਲਿਆ ਗਿਆ ਵਾਂ ਭਈ ਤੇਰੇ ਨਾਲ ਕਲਾਮ ਕਰਾਂ ਤੇ ਤੈਨੂੰ ਇਹਨਾਂ ਗੱਲਾਂ ਦੀ ਖੁਸ਼ਖਬਰੀ ਦੇਵਾਂ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਾਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ ਤੇ ਉਸ ਕੰਵਾਰੀ ਦਾ ਨਾਂ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਖੁਦਾਵੰਦ ਤੇਰੇ ਨਾਲ ਏ ਤੇ ਵੇਖ ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਸੂ ਰੱਖੀ ਤੇ ਵੇਖ ਤੇਰੀ ਰਿਸ਼ਤੇਦਾਰ ਅਲਿਸ਼ਬਾ ਦੇ ਵੀ ਵਡੇਰ ਉਮਰੀ ਵਿੱਚ ਪੁੱਤਰ ਹੋਣ ਵਾਲਾ ਏ ਤੇ ਹੁਣ ਉਹਨੂੰ ਜਿਹੜੀ ਬਾਂਝ ਅਖਵਾਂਦੀ ਸੀ 6ਵਾਂ ਮਹੀਨਾ ਏ, ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਏ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਜ਼ਬੂਰ, ਐ ਸਾਦਕੋ, ਖੁਦਾਵੰਦ ਵਿੱਚ ਖੁਸ਼ੋ ਖੁਰਮ ਰਵੋ ਤੇ ਐ ਸੁੱਚੇ ਦਿਲ ਵਾਲਿਓ, ਖੁਸ਼ੀ ਨਾਲ ਲਲਕਾਰੋ। ਆਮੂਸ, ਕਿਉਂ ਜੇ ਵੇਖ ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਰ ਕਰਦਾ ਏ ਤੇ ਸੁਬਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਫਵਾਜ਼ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕਲਾਮ ਸਾਨੂੰ ਇਹ ਮਾਲੂਮਾਤ ਦਿੰਦਾ ਏ ਭਈ ਰੱਬ ਤੋਂ ਸਭ ਕੁਝ ਹੋ ਸਕਦਾ ਏ। ਰੂਹ ਲਈ ਸਾਰੀ ਚੰਗਿਆਈ ਮੁਮਕਿਨ ਏ। ਸਾਇੰਸ ਸਾਰੀ ਚੰਗਿਆਈ ਹਾਸਲ ਕਰਨ ਦੇ ਇਮਕਾਨ ਨੂੰ ਜ਼ਾਹਿਰ ਕਰਦੀ ਏ ਤੇ ਇਨਸਾਨਾਂ ਨੂੰ ਉਹ ਲੱਭਣ ਦੇ ਕੰਮ ਉੱਤੇ ਲਾਉਂਦੀ ਏ ਜਿਹੜੇ ਰੱਬ ਪਹਿਲਾਂ ਹੀ ਕਰ ਚੁੱਕਿਆ ਏ। ਕ੍ਰਿਸਚਨ ਸਾਇੰਸ ਸਾਰੇ ਸਬੱਬਾਂ ਨੂੰ ਬਦਨੀ ਨਹੀਂ ਬਲਕਿ ਜ਼ਿਹਨੀ ਕਰਾਰ ਦਿੰਦੀ ਏ। ਇਹ ਜਾਨ ਤੇ ਬਦਨ ਤੋਂ ਖੁਫੀਆ ਪਰਦਾ ਹਟਾਉਂਦੀ ਏ। ਇਹ ਇਨਸਾਨ ਦਾ ਰੱਬ ਦੇ ਨਾਲ ਸਾਇੰਸੀ ਤਾਲੁਕ ਦੱਸਦੀ ਏ। ਹਸਤੀ ਦੇ ਰਲੇ ਮਿਲੇ ਅਬਹਾਮ ਨੂੰ ਵੱਖਰਾ ਵੱਖਰਾ ਕਰਦੀ ਏ ਤੇ ਗੁਲਾਮੀ ਦੀ ਸੋਚ ਨੂੰ ਆਜ਼ਾਦ ਕਰਦੀ ਏ। ਇਲਾਹੀ ਸਾਇੰਸ ਵਿੱਚ ਕਾਇਨਾਤ ਇਨਸਾਨ ਨੂੰ ਸ਼ਾਮਲ ਕਰਕੇ ਰੂਹਾਨੀ, ਹਮਾਂਗ ਤੇ ਅਬਦੀ ਏ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਪਿਆਰ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਏ। ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਉੱਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਸੱਚਾਈ ਦੇ ਸੰਸਾਰ ਵਿੱਚ ਮਾਦਾ ਗੁਮਨਾਮ ਏ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ
ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਏ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੋਸ਼ਨ ਕਰਦੀ ਏ। ਇਸ ਲਈ ਹਮੇਸ਼ਾ ਦਾ ਅਜੂਬਾ ਭਈ ਲਾਮਤਨਾਹੀ ਖਲਾ ਰੱਬ ਦੇ ਖਿਆਲਾਂ ਨਾਲ ਆਬਾਦ ਏ, ਜਿਹੜਾ ਬੇਸ਼ੁਮਾਰ ਰੂਹਾਨੀ ਸ਼ਕਲਾਂ ਨਾਲ ਉਹਦੀ ਅਕਾਸੀ ਕਰਦਾ ਏ। ਸਿਆਣ ਆਪਣੀਆਂ ਸਾਰੀਆਂ ਇਸਲਾਹਾਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ, ਯਾਨੀ ਆਪਣੀ ਖੁਦ ਦੀ ਵਸੀ ਤਖਲੀਕ ਦੀ ਲੋ ਤੇ ਹਯਾਤੀ ਤੇ ਇਨਸਾਨ ਅਲਾਹੀ ਸਿਆਣ ਦਾ ਮਾਵਨ ਏ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਜੱਗ ਸਿਆਣ ਦੇ ਬਗੈਰ, ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਨਾ ਤੇ ਫਲਸਫਾ ਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਰ ਕਰਦੀ ਏ। ਧਰਤੀ ਨੂੰ ਤਸ਼ਕੀਲ ਦੇਣ ਵਾਲੀ ਆਮੇਖਤਾ ਮਾਦਨੀਆਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮਾਹੰਗ ਤੇ ਅਬਦੀ ਪਾਇਆ ਜਾਂਦਾ ਏ। ਮਾਦੀ ਮਵਾਦ ਜਾਂ ਦੁਨਿਆਵੀ ਬਨਾਵਟਾਂ, ਫਲਕਿਆਤੀ ਹਿਸਾਬ ਕਿਤਾਬ, ਕਿਆਸੀ ਮਫਰੂਜ਼ਿਆਂ ਦੇ ਸਾਰੇ ਮਜਮੂਏ ਜਿਨ੍ਹਾਂ ਦੀ ਬੁਨਿਆਦ ਮਾਦੀ ਕਾਨੂੰਨ ਜਾਂ ਹਯਾਤੀ ਦੇ ਮਫਰੂਜ਼ਿਆਂ ਉੱਤੇ ਜਾਂ ਉਹਦੀ ਜ਼ਹਾਨਤ ਉੱਤੇ ਹੁੰਦੀ ਏ ਜਿਹੜੀ ਮਾਦੇ ਵਿੱਚ ਪਾਈ ਜਾਂਦੀ ਏ, ਸਾਰੀ ਅਖੀਰੀ ਗਾਇਬ ਹੋ ਜਾਵੇਗੀ, ਰੂਹ ਦੇ ਲਾਮਤਨਾਹੀ ਸੰਗਰੇਜ਼ ਵਿੱਚ ਨਿਗਲ ਲਈ ਜਾਵੇਗੀ। ਧਰਤੀ ਦੀ ਹਰਕਤ ਤੇ ਮੁਕਾਮ ਬਸ ਸਿਆਣ ਦੀ ਵਜ੍ਹਾ ਤੋਂ ਬਰਕਰਾਰ ਏ। ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਏ। ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤਿੱਕਰ ਰੱਬ ਯਾਨੀ ਇਲਾਹੀ ਸਿਆਣ ਦੀ ਸਭ ਨੂੰ ਲਪੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਏ। ਸਿਆਰਿਆਂ ਉੱਤੇ ਇਨਸਾਨ ਦਾ ਇਹਦੇ ਮੁਕਾਬਲੇ ਵਿੱਚ ਬਹੁਤਾ ਇਖਤਿਆਰ ਨਹੀਂ ਏ ਜਿੰਨਾ ਉਹਨਾਂ ਦੇ ਖਾਲਕ ਉੱਤੇ ਹੈ, ਕਿਉਂ ਜੇ ਰੱਬ ਸੰਸਾਰ ਉੱਤੇ ਹੁਕਮਰਾਨੀ ਕਰਦਾ ਏ ਪਰ ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਕੋਈ ਪੌਦਾ ਬੀਜ ਜਾਂ ਮਿੱਟੀ ਦੇ ਪਾਰੋਂ ਨਹੀਂ ਵੱਧਦਾ, ਬਲਕਿ ਇਸ ਲਈ ਕਿਉਂ ਜੇ ਨਸ਼ੋਨੁਮਾ ਸਿਆਣ ਦਾ ਹਮੇਸ਼ਾ ਦਾ ਇਖਤਿਆਰ ਏ। ਫਾਨੀ ਸੋਚ ਧਰਤੀ ਉੱਤੇ ਸੁੱਟੀ ਜਾਂਦੀ ਏ ਪਰ ਲਾਫਾਨੀ ਦਾ ਸੋਚ ਨੂੰ ਪੈਦਾ ਕਰਨਾ ਉੱਤੋਂ ਹੈ ਨਾ ਪਈ ਹੇਠੋਂ ਹੈ। ਕਿਉਂ ਜੇ ਸਿਆਣ ਸਭ ਕੁਝ ਬਣਾਉਂਦੀ ਏ, ਇਸ ਲਈ ਕੁਝ ਅਜਿਹਾ ਬਾਕੀ ਨਹੀਂ ਰਹਿੰਦਾ ਜਿਹੜਾ ਹੇਠਲੀ ਤਾਕਤ ਪੈਦਾ ਕਰਦੀ ਹੋਵੇ। ਰੂਹ ਇਨਸਾਨ ਲਈ ਫਸਲ ਨੂੰ ਕਾਸ਼ਤ ਦੇ ਕਾਬਲ ਬਣਾਉਣ ਦਾ ਵਸੀਲਾ ਬਣਦਿਆਂ ਹੋਏ ਪਰ ਉਹਨੂੰ ਮਿੱਟੀ ਤੋਂ ਉੱਚਾ ਬਣਾਉਂਦਿਆਂ ਹੋਏ ਸਿਆਣ ਦੀ ਸਾਇੰਸ ਦੇ ਰਾਹੀਂ ਅਮਲ ਕਰਦੀ ਏ। ਇਹਦਾ ਇਲਮ ਇਨਸਾਨ ਨੂੰ ਮਿੱਟੀ ਦੇ ਉੱਤੇ, ਧਰਤੀ ਤੇ ਉਹਦੇ ਮਾਹੌਲ ਦੇ ਉੱਤੇ, ਸ਼ਾਉਰੀ ਰੂਹਾਨੀ ਹਮਾਹੰਗੀ ਉੱਤੇ ਤੇ ਅਬਦੀ ਵਜੂਦ ਵੱਲ ਲੈ ਜਾਂਦਾ ਏ। ਜੇ ਅਸੀਂ ਇੱਕ ਨਫਸਾਨੀ ਬੰਦੇ ਦੇ ਤੌਰ ਤੇ ਰੱਬ ਤੋਂ ਦੁਆ ਕਰਦੇ ਹਾਂ ਤੇ ਇਹ ਸਾਡੇ ਉਹਨਾਂ ਇਨਸਾਨੀ ਸ਼ੁਬਿਆਂ ਤੇ ਖਦਸ਼ਿਆਂ ਨੂੰ ਤਰਕ ਕਰਨ ਨੂੰ ਰੋਕੇਗੀ ਜਿਹੜੇ ਇਸ ਤਰ੍ਹਾਂ ਦੇ ਈਮਾਨ ਨੂੰ ਉਜਾਗਰ ਕਰਦੇ ਨੇ, ਤੇ ਇੰਜ ਅਸੀਂ ਉਸ ਲਾਮਹਿਦੂਦ ਤੇ ਗੈਰ ਮਾਦੀ ਪਿਆਰ ਦੇ ਕੀਤੇ ਹੋਏ ਅਜੀਬ ਕੰਮਾਂ ਨੂੰ ਨਹੀਂ ਸਮਝ ਸਕਦੇ ਜਿਹਦੇ ਲਈ ਸਭ ਕੁਝ ਮੁਮਕਿਨ ਹੈ। ਇਹ ਮੁਆਜਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਵਾਉਂਦਾ ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ। ਮਿਸਰ ਵਿੱਚ ਇਹ ਸਿਆਣ ਹੀ ਸੀ ਜਿਹਨੇ ਇਸਰਾਈਲੀਆਂ ਨੂੰ ਵਬਾਵਾਂ ਉੱਤੇ ਯਕੀਨ ਕਰਨ ਤੋਂ ਬਚਾਇਆ। ਬਿਆਬਾਨ ਵਿੱਚ ਪੱਥਰਾਂ ਤੋਂ ਪਾਣੀ ਦੇ ਚਸ਼ਮੇ ਵਗੇ ਤੇ ਮਨ ਅਸਮਾਨ ਤੋਂ ਵਰਿਆ। ਇਸਰਾਈਲੀਆਂ ਨੇ ਪਿੱਤਲ ਦੇ ਸੱਪ ਉੱਤੇ ਨਜ਼ਰ ਕੀਤੀ ਤੇ ਪੂਰੀ ਤਰ੍ਹਾਂ ਇਸ ਗੱਲ ਉੱਤੇ ਯਕੀਨ ਰੱਖਿਆ ਭਈ ਉਹ ਜ਼ਹਿਰੀਲੇ ਸੱਪਾਂ ਦੇ ਡੰਗਾਂ ਤੋਂ ਸ਼ਿਫਾ ਪਾ ਰਹੇ ਸੀ। ਕੌਮ ਦੀ ਖੁਸ਼ਹਾਲੀ ਵਿੱਚ ਮੁਅਜਜ਼ਿਆਂ ਨੇ ਅਬਰਾਨੀਆਂ ਨੂੰ ਫਤਹ ਯਾਬੀ ਦਵਾਈ, ਪਰ ਜਿੱਦਾਂ ਹੀ ਉਹ ਅਸਲੀ ਖਿਆਲ ਤੋਂ ਦੂਰ ਹੋਏ ਉਹਨਾਂ ਦੀ ਬਰਬਾਦੀ ਸ਼ੁਰੂ ਹੋ ਗਈ। ਗੈਰ ਕੌਮਾਂ ਦੇ ਵਿਚਾਲੇ ਕੈਦ ਵਿੱਚ ਵੀ ਇਲਾਹੀ ਅਸੂਲ ਨੇ ਰੱਬ ਦੇ ਲੋਕਾਂ ਲਈ ਅੱਗ ਦੀ ਭੱਠੀ ਵਿੱਚ ਤੇ ਬਾਦਸ਼ਾਹ ਦੇ ਮਹਿਲਾਂ ਵਿੱਚ ਅਜੀਬ ਕੰਮ ਵਿਖਾਏ। ਨਾਂ ਦੀਆਂ ਗੈਸਾਂ ਤੇ ਕੂਵਤਾਂ
ਇਲਾਹੀ ਸਿਆਣ ਦੀਆਂ ਰੂਹਾਨੀ ਕੂਵਤਾਂ ਦੇ ਮੁਖਾਲਫ ਨੇ, ਜਿਹਦੀ ਤਾਕਤ ਸਚਾਈ ਏ, ਜਿਹਦੀ ਦਿਲਕਸ਼ੀ ਪਿਆਰ ਏ, ਹਸਤੀ ਦੀਆਂ ਅਬਦੀ ਅਸਲੀਅਤਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਏ ਜਿਹਦੀ ਪੈਰਵੀ ਤੇ ਮਿਲਾਪ ਹਯਾਤੀ ਏ। ਬਿਜਲੀ ਮਾਦੀਅਤ ਦੀ ਵਧੀ ਹੋਈ ਮਕਦਾਰ ਏ, ਜਿਹੜੀ ਰੂਹਾਨੀਅਤ ਜਾਂ ਸਚਾਈ ਦੇ ਅਸਲੀ ਜੌਹਰ ਦੀ ਮੁਖਾਲਫਤ ਕਰਦੀ ਏ। ਜਿਹੜਾ ਇਹਦਾ ਵੱਡਾ ਫਰਕ ਏ ਭਈ ਬਿਜਲੀ ਜ਼ਹਾਨਤ ਨਹੀਂ ਏ, ਜਦ ਕਿ ਰੂਹਾਨੀ ਸਚਾਈ ਸਿਆਣ ਏ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ ਏ, ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰੀਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਏ। ਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਏ। ਬਦੀ ਦਾ ਇਜ਼ਹਾਰ ਜਿਹੜਾ ਇਲਾਹੀ ਅਦਲ ਦੇ ਖਿਲਾਫ ਏ, ਉਹਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਏ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਕਰਦੇ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ, ਜਿਹੜਾ ਰੂਹ ਦੀ ਤਾਕਤ ਤੇ ਮਜ਼ਬੂਤੀ ਏ। ਕ੍ਰਿਸਚਨ ਸਾਇੰਸ ਸਚਾਈ ਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਏ। ਕਦੀ ਕਦੀ ਅਸੀਂ ਇਹ ਸਿੱਖਾਂਗੇ ਭਈ ਰੂਹ ਯਾਨੀ ਵੱਡੇ ਮਮਾਰ ਨੇ ਸਾਇੰਸ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਕਿਵੇਂ ਬਣਾਇਆ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਏ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ ਬਲਕਿ ਇਨਸਾਨ ਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਏ। ਜੋ ਕੁਝ ਬਣਾਇਆ ਗਿਆ ਏ ਉਹ ਰੱਬ ਦਾ ਕੰਮ ਏ ਤੇ ਸਭ ਚੰਗਾ ਏ। ਇਨਸਾਨ ਦੀ ਲਾਫਾਨੀਅਤ ਤੇ ਹਮਾਂਗੀ ਕਾਇਮ ਨੇ। ਸਾਨੂੰ ਮੁਖਾਲਫ ਟੇਵੇ ਤੋਂ ਹਟ ਕੇ ਵੇਖਣਾ ਚਾਹੀਦਾ ਏ ਭਈ ਇਨਸਾਨ ਮਾਦੀ ਤੌਰ ਤੇ ਖਲਕ ਕੀਤਾ ਗਿਆ ਏ ਤੇ ਸਾਡੀ ਨਜ਼ਰ ਨੂੰ ਤਖਲੀਕ ਦੇ ਉਸ ਰੂਹਾਨੀ ਰਿਕਾਰਡ ਵੱਲ ਮੋੜਨਾ ਚਾਹੀਦਾ ਏ ਜਿਹੜਾ ਦਿਲ ਤੇ ਸਮਝ ਉੱਤੇ ਹੀਰੇ ਦੀ ਨੋਕ ਤੇ ਇੱਕ ਫਰਿਸ਼ਤੇ ਦੀ ਕਲਮ ਨਾਲ ਘੂੜਿਆ ਗਿਆ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।